ਅੱਜ मैं ਹੁਣ ਤੁਹਾਨੂੰ ਇੱਕ ਦੋ ਜੜੀ ਬੂਟੀਆਂ ਬਾਰੇ ਦੱਸਣ ਜਾ ਰਿਹਾ ਜਿਹੜੇ ਕਿ ਹਰ ਇੱਕ ਹਾਰਟ ਪੇਸ਼ੈਂਟ ਨੂੰ ਜਾਂ ਜਿਹਦੇ ਬਲੌਕੇਜ ਹੈ ਸਪੈਸ਼ਲੀ ਉਹਨਾਂ ਨੂੰ ਲੈਣੀਆਂ ਚਾਹੀਦੀਆਂ। ਇਹ ਦੋ ਜੜੀ ਬੂਟੀਆਂ ਕਿਹੜੀਆਂ ਦੋਸਤੋ ਲਿਖ ਲਓ। ਪਹਿਲੀ ਹੈ ਤਮਾਸਾ, ਤਮਾਸਾ ਜੜੀ ਬੂਟੀ ਹੈ। ਉਸ ਤੋਂ ਬਾਅਦ ਹੈ ਪੁਸ਼ਕਰ ਮੂਲ। ਇਹ ਦੋ ਜੜੀ ਬੂਟੀਆਂ ਅਗਰ ਤੁਸੀਂ ਰੈਗੂਲਰ ਲਓ, ਇਹਨਾਂ ਨੂੰ ਕੁਝ ਨਹੀਂ 100 ਗ੍ਰਾਮ ਲੈ ਕੇ ਰਾਤ ਚੂਰਨ ਕਰ ਲਓ। ਚੂਰਨ ਕਰਕੇ ਅੱਧਾ ਚਮਚ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਢਕਾ ਲਓ और ये जड़ी बूटियां तुहाडियां ब्लॉकेजेस भी खोलणगियां, हार्ट च कोई दिक्कत भी नहीं आन देणगियां। तमासा पुष्कर मूल लाओगे तो ब्लॉकेजेस पूरियां ही खुल जाने। कितने परसेंट तक खुलोगी आप कह सकते हैं भी इहदे नाल? मैं तो कहना 100% तक खुल जांदियां जी। मैं तो खोलियां। गल यह है कि समझदार इंसान नूं सिर्फ इशारा ही काफ़ी है। समझो कि अपनियां ब्लॉकेजेस होईयां कातों है। वो ब्लॉक तीन नाला नहीं है। एक लैड मेन आर्टरी जड़ी हुंदी है, लैड हुंदी है, एक हुंदी है RCX, एक हुंदी है LCX। ਇਹ ਤਿੰਨੋਂ ਆਰਟਰੀਜ਼ ਦੇ ਵਿੱਚ ਜਦੋਂ ਬਲੌਕੇਜ ਹੋਵੇ ਤਾਂ ਦਿੱਕਤ ਸ਼ੁਰੂ ਹੁੰਦੀ ਹੈ ਸਾਹ ਚੜਨ ਦੀ ਜਾਂ ਦਰਦ ਹੋਣ ਦੀ। ਜਦੋਂ ਅਕਿਊਟ MI ਅਟੈਕ ਹੁੰਦਾ ਹੈ ਇਹਨਾਂ 'ਚ ਬਲੌਕੇਜ ਹੁੰਦੀ ਹੈ। ਜੇ ਦਰਦ ਵੀ ਨਹੀਂ ਹੈ ਤੇ ਡਾਕਟਰ ਨੇ ਕਿਹਾ 100% ਬਲੌਕੇਜ ਹੈ, ਉਹਦੇ ਬਾਰੇ ਵੀ ਦੱਸਣ ਜਾ ਰਹੇ ਹਾਂ। ਇਹਦੇ 'ਚ ਕੀ ਹੈ ਕਿ ਕੋਲੈਟਰਲ ਸਰਕੂਲੇਸ਼ਨ ਛੋਟੀ ਛੋਟੀ ਆਰਟਰੀਜ਼ ਇਦਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਬਣੀਆਂ ਹੁੰਦੀਆਂ, ਖੁੱਲ ਜਾਂਦੀਆਂ ਆਪਣੇ ਆਪ, ਜਿਹਦੇ ਕਰਕੇ ਪਿੰਡਾਂ ਵਾਲੀ ਸਰਕੂਲੇਸ਼ਨ ਜਿਹੜੀ ਤੁਹਾਨੂੰ ਮੈਂ ਹੁਣੇ ਸਮਝਾਈ ਸੀ ਉਹ ਇਹਦੇ ਕਰਕੇ ਖੁੱਲ ਜਾਂਦੀ ਹੈ, ਜਿਹਦੇ ਕਰਕੇ ਦਰਦ ਆਪਣੇ ਆਪ ਸਬਸਾਈਡ ਹੋ ਜਾਂਦਾ ਦੋਸਤੋ। ਤੁਹਾਡੇ ਕਹਿਣ ਦਾ ਮਤਲਬ ਜਿਵੇਂ ਇਹ ਮੇਨ ਵਾਲੀ ਜਿਹੜੀ ਹੈਗੀ ਹੈ ਇਹਦੇ ਵਿੱਚ 100% ਬਲੋਕੇਜ ਹੋਗੀ ਤਾਂ ਇਹ ਆਪਣੇ ਆਪ ਅਲੱਗ ਆਪਣੇ ਆਪ ਹਾਂ ਅਲੱਗ-ਅਲੱਗ ਨਾੜੀਆਂ ਹੋਰ ਖੁੱਲ ਕੇ ਨਾਲ ਦੀ ਨਾਲ ਉੱਤੋਂ ਸਰਕੂਲੇਸ਼ਨ ਚਾਲੂ ਹੋ ਜਾਊਗਾ। ਨਹੀਂ ਤਾਂ ਤੁਸੀਂ ਜਿੰਦਾ ਕਿਵੇਂ ਬੈਠੇ ਹੋ ਫਿਰ। ਇਹ ਵੀ ਤਾਂ ਸੱਚ ਹੈ। ਦੇਖੋ ਡੌਚ ਕਰਨਾ, ਕਿਸੇ ਨੂੰ ਸਮਝਾਉਣਾ, ਕਿਸੇ ਨੂੰ ਇਹ ਦੇਖਣਾ ਕਿ ਆਪਾਂ ਪੈਸੇ ਬਣਾਣੇ ਆ, ਇਹ ਗੱਲ ਹੋਰ ਆ ਜਾਂਦੀ ਹੈ। मगर जे एंजियोग्राफी कही है तो तुहानू CD भी दी है तो यदा मतलब उन्हें ठीक सही डायग्नोस किया होएगा। कई डॉक्टर तो अजकल सीडियां भी नहीं देंदे, वो तो कहते भी ब्लॉकेज है जी जाओ, फिर उन्होंने ते विश्वास थोड़ा जिहा मुश्किल हो जाता है कि तुहानू तो 1.5 लाख रुपया 2 लाख रुपया जमा कराओ, तुहाडा तो ऑपरेशन करना पऊ। वो थोड़ा जिहा मुश्किल काम है विश्वास करना। विश्वास उत्ते करो जिहड़ा कि तुहानू नाल कुछ दवे भी। ते इह जिहड़ा मैं तुहानू दस्सिया है ये चीज़ां ਤੁਸੀਂ ਸਮਝ ਲਵੋ। ਸਭ ਤੋਂ ਮੇਨ ਗੱਲ ਸ਼ੁਰੂਆਤੀ ਸਟੇਜ ਤੋਂ ਫੜੋ, ਆਪਣੇ ਆਪ ਲਾਈਫ ਸਟਾਈਲ ਠੀਕ ਕਰੋ। ਜਦੋਂ ਤਿੰਨੋਂ ਬਿਮਾਰੀਆਂ ਤਿੰਨੋਂ ਰੁਗਨ ਹੋ ਗਿਆ ਉਹਨੂੰ ਕਹਿੰਦੇ ਟ੍ਰਿਪਲ ਰੈਸਟ ਡਿਜ਼ੀਜ਼, ਉਦੋਂ ਕਹਿੰਦੇ ਆ ਬਾਈਪਾਸ ਕਰਾਓ। ਕਰਾਣੀ ਪੈਣੀ ਹੈ। ਜੇ ਤੁਸੀਂ ਨਹੀਂ ਸੁਧਰਨਾ ਫਿਰ ਕਰਾ ਲਓ, ਨਹੀਂ ਤਾਂ ਅਦਰਵਾਈਜ਼ ਜੇ ਸੁਧਰਨਾ ਹੈ ਸਾਰਾ ਖਾਣ ਪੀਣ ਆਹਾਰ ਵਿਹਾਰ ਸਭ ਕੁਝ ਠੀਕ ਰੱਖੋਗੇ ਤਾਂ ਇਹ ਵੀ ਖੋਲ ਦੇਵਾਂਗੇ ਦੋਸਤੋ। ਇਹ ਵੀ ਖੁੱਲ ਜਾਣਗੀਆਂ, ਮਗਰ ਗੱਲ ਮੰਨਣੀ ਪਊ। ਸਤਿ ਸ਼੍ਰੀ ਅਕਾਲ ਦੋਸਤੋ, ਡਿਜੀਟਲ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ। ਡਾਕਟਰ ਅਗਰਵਾਲ ਜੀ ਮੋਹਾਲੀ ਵਾਲੇ ਕਹੀਏ ਜਾਂ ਕਹਿ ਦਈਏ ਵੀ ਹਾਰਟ ਦੇ ਰੋਗਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਵਾਲੇ। ਆਪਣੀ ਬੋਡੀ ਦੇ ਅੰਦਰ ਸਭ ਤੋਂ ਜੋ ਮਹੱਤਵਪੂਰਨ ਅੰਗ ਹੈਗਾ ਉਹ ਹੈਗਾ ਦਿਲ, ਹਾਰਟ, ਕਿਉਂਕਿ ਇਸ ਦੇ ਨਾਲ ਹੀ ਪੂਰੀ ਬੋਡੀ ਦਾ ਜੋ ਸੰਚਾਰਨ ਹੁੰਦਾ ਹੈ। ਜੇ ਉਸ ਦੇ ਵਿੱਚ ਹੀ ਕੋਈ ਦਿੱਕਤ ਆ ਜਾਏ ਤਾਂ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਇਹ ਰੁਕ ਹੀ ਜਾਂਦਾ ਹੈ। ਪਰ ਉਸ ਨੂੰ ਬਹੁਤ ਹੀ ਬਰੀਕੀ ਦੇ ਨਾਲ ਆਯੁਰਵੈਦਿਕ ਦੇ ਤਰੀਕਿਆਂ ਦੇ ਨਾਲ ਕਿੰਨੇ ਲੋਕਾਂ ਦੇ ਸਟੈਂਟ ਪਵਾਉਣ ਤੋਂ ਬਚਾ ਦਿੱਤੇ, ਕਿੰਨਿਆਂ ਦੀਆਂ ਬਾਈਪਾਸ ਸਰਜਰੀ ਹੋਣ ਤੋਂ ਬਚਾ ਦਿੱਤੀ ਡਾਕਟਰ ਅਗਰਵਾਲ ਜੀ ਦੇ ਇੱਕ ਵੀਡੀਓ ਨੇ। ਅੱਜ ਹੋਰ ਜਾਣਕਾਰੀ ਲਵਾਂਗੇ ਹਾਰਟ ਦੇ ਪੇਸ਼ੈਂਟ ਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਰੁੱਤ ਬਦਲਦੀ ਹੈ, ਮੌਸਮ ਬਦਲਦੇ ਨੇ, ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਸਾਹਮਣੇ ਆਉਂਦੀਆਂ ਨੇ। ਔਰ ਆਯੁਰਵੈਦਿਕਤਾ ਦੇ ਵਿੱਚ ਜੋ 5000 10 ਸਾਲ ਪੁਰਾਣੇ ਵੈਦਾਂ ਦੇ ਵਿੱਚੋਂ ਅਜਿਹੀਆਂ ਕਿਹੜੀਆਂ ਜੜੀਆਂ ਬੂਟੀਆਂ ਨੇ ਜੋ ਦਿਲ ਦੇ ਮਰੀਜ਼ਾਂ ਨੂੰ ਲੈਣੀਆਂ ਚਾਹੀਦੀਆਂ ਨੇ। ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਵੀ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਕੋਲੇ ਵੀ ਆਉਂਦੇ ਹੋਣਗੇ ਔਰ ਸਾਨੂੰ ਵੀ ਲੋਕ ਫੋਨ ਕਰਕੇ ਦੱਸਦੇ ਨੇ ਵੀ ਅਸੀਂ ਹਾਰਟ ਦਾ ਆਪਰੇਸ਼ਨ ਕਰਵਾਉਣ ਚੱਲੇ ਸੀ, ਸਟੰਟ ਪਵਾਉਣ ਚੱਲੇ ਸੀ ਜਾਂ ਬਾਈਪਾਸ ਸਰਜਰੀ ਕਰਾਉਣ ਚੱਲੇ ਸੀ। ਸਾਡੀ ਇੱਕ ਵੀਡੀਓ ਨੇ ਉਹ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਹੁਤ ਜ਼ਿਆਦਾ ਉਸ ਲਈ ਤੁਸੀਂ ਇੱਕ ਵਧਾਈ ਦੇ ਪਾਤਰ ਵੀ ਹੈਗੇ। ਮੈਂ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਾਂਗਾ ਤੇ ਸਭ ਤੋਂ ਜ਼ਿਆਦਾ ਸੌਰਵ ਜੀ ਦਾ ਕਿ ਜਿਨ੍ਹਾਂ ਨੇ ਇਹ ਤੁਹਾਨੂੰ ਦਿਖਾਈ ਵੀਡੀਓ ਬਣਾਈ, ਕਿਉਂਕਿ ਇੱਕ ਜਿਹੜੀ ਜਾਗਰੂਕਤਾ ਹੈ ਨਾ ਉਹ ਬਹੁਤ ਘੱਟ ਹੈ ਆਯੁਰਵੇਦ ਬਾਰੇ। ਆਪਾਂ ਕੀ ਹੈ ਅੰਗਰੇਜ਼ੀ ਦਵਾਈਆਂ ਪਿੱਛੇ ਇੰਨਾ ਭੱਜ ਰਹੇ ਹਾਂ, ਸਰਕਾਰ ਇੰਨਾ ਕੁਝ ਦੱਸ ਰਹੀ ਹੈ ਤੁਹਾਨੂੰ, ਇੰਨੇ ਚੈਨਲਾਂ ਦੇ ਥਰੂ ਇਹ ਦੱਸ ਰਹੇ ਕਿ ਸਟੰਟ ਪਾਉਣ ਨਾਲ ਬੰਦਾ ਠੀਕ ਹੋ ਜਾਏਗਾ, ਬਾਈਪਾਸ ਸਰਜਰੀ ਕਰਾਉਣਾ ਠੀਕ ਹੋ ਜਾਏਗਾ। ਇਹ ਤਾਂ ਦੱਸਣਾ ਹੀ ਭੁੱਲ ਗਏ ਕਿ 5000 ਸਾਲ ਆਪਣੀ ਹੀ ਸਾਇੰਸ, अपना ही आयुर्वेद अपने घर की चीज़ तुहानू ठीक कर सकती है। मगर जब तक ये आप समझांगे नहीं
ਵਿਸ਼ਵਾਸ ਨਹੀਂ ਕਰਾਂਗੇ ਤਦ ਤੱਕ ਕੁਝ ਨਹੀਂ ਪੋਸੀਬਲ। ਜਿਨ੍ਹਾਂ ਲੋਕਾਂ ਨੇ ਮੇਰੇ ਤੇ ਆਯੁਰਵੇਦ ਤੇ ਟਰਸਟ ਕਰਕੇ ਦਵਾਈ ਲਿੱਤੀ ਹੈ। ਸਰ ਕੀ ਵਾਕਿਆ ਦੇ ਵਿੱਚ ਹੀ ਸੰਭਵ ਹੈਗੇ ਆ ਵੀ ਜਿਨ੍ਹਾਂ ਨੂੰ ਡਾਕਟਰ ਨੇ ਰეკਮੈਂਡ ਕਰਤਾ ਵੀ ਤੁਸੀਂ, ਜ਼ਿਆਦਾਤਰ ਕੀ ਹੁੰਦਾ ਹੈ ਜਦੋਂ ਵੀ ਕੋਈ ਛਾਤੀ ਦਾ ਦਰਦ ਲੈ ਕੇ ਹਸਪੀਟਲ ਪਹੁੰਚਦਾ ਹੈ, ਸਭ ਤੋਂ ਪਹਿਲਾਂ ECG ਕਰਕੇ ਇੱਕੋ ਕਰਕੇ ਨਾਲ ਦੀ ਨਾਲ ਹੀ ਕਿਹਾ ਜਾਂਦਾ ਵੀ ਤੁਹਾਡੇ ਕੋਲੇ 15 ਮਿੰਟ ਦਾ ਟਾਈਮ ਹੈ, ਤੁਸੀਂ ਡਿਸਾਈਡ ਕਰ ਲਓ ਸਟੰਟ ਪਵਾਉਣਾ ਹੈ, ਨਹੀਂ ਘਰ ਤੱਕ ਤੁਸੀਂ ਨਹੀਂ ਪਹੁੰਚਣਾ। ਦੇਖੋ ਇਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਹੈ ਕਿ ਆਪਾਂ ਨੂੰ ਕਿੰਨੀ ਬਲੋਕੇਜ ਹੈ, ਕਿ ਆਪਾਂ ਨੂੰ ਥੋੜੀ ਬਹੁਤੀ ਦਵਾਈ ਇਹਦੇ 'ਚ ਕੀ ਕਰਦੇ, ਇੱਕ ਲੋਡਿੰਗ ਡੋਜ਼ ਦਿੰਦੇ ਆ ਆਪਾਂ ਇਹਦੇ 'ਚ ਕੁਝ ਦਵਾਈਆਂ ਹੈ ਜਿਹੜੀ ਕਿ ਯਕਦਮ ਜਦੋਂ ਤੁਹਾਨੂੰ ਹਾਰਟ ਅਟੈਕ ਆਉਂਦਾ ਹੈ ਉਦੋਂ ਹੀ ਨਾਲ ਤੁਸੀਂ ਲੈ ਲਓ। ਜਿੱਦਾਂ ਕਿ ਪਿਛਲੀ ਵਾਰੀ ਮੈਂ ਵੀਡੀਓ 'ਚ ਦੱਸਿਆ ਸੀ ਕਿ 2 ਐਸਪਿਰਿਨ ਦੀ ਗੋਲੀਆਂ ਘੋਲ ਕੇ ਪਾਣੀ 'ਚ ਪੀਓ, ਉਹ ਨਾਲ ਕੀ ਹੈ ਖੂਨ ਪਤਲਾ ਹੋ ਜਾਂਦਾ ਹੈ। ਖੂਨ ਪਤਲੇ ਦੇ ਨਾਲ ਫਿਰ ਹਾਰਟ 'ਚ ਸਰਕੂਲੇਸ਼ਨ ਚਾਲੂ ਹੋ ਜਾਂਦੀ ਹੈ ਤੇ ਦਰਦ ਜਿਹੜਾ ਹੈ ਘਟ ਜਾਂਦਾ ਹੈ। ਉਸੇ ਨਾਲ ਇੱਕ ਲੋਡਿੰਗ ਡੋਜ਼ ਪੂਰੀ ਦਿੱਤੀ ਜਾਂਦੀ ਹੈ। ਉਹ ਲੋਡਿੰਗ ਡੋਜ਼ ਅਗਰ ਦੇਤੀ ਜਾਵੇ ਤੇ ਤੁਹਾਡਾ ਜਿਹੜਾ ਇੱਕ ਵਾਰੀ ਦਿਲ ਦਾ ਛਾਤੀ ਦਾ ਜਿਹੜਾ ਆਪਣਾ ਦਰਦ ਹੈ ਉਹ ਘਟ ਜਾਂਦਾ ਹੈ ਤੇ ਹਾਰਟ ਅਟੈਕ ਥੋੜਾ ਸ਼ਾਂਤ ਹੋ ਜਾਂਦਾ ਹੈ। ਉਹ ਸ਼ਾਂਤ ਹੋਣ ਤੋਂ ਬਾਅਦ ਜਿਹੜੀ ਤੁਹਾਡੀ ECG ਇੱਕੋ ਕੀਤੀ ਜਾਂਦੀ ਉਹ ਤੋਂ ਪਤਾ ਚੱਲਦਾ ਹੈ, ECG ਤੋਂ ਪਤਾ ਚੱਲ ਜਾਂਦਾ ਹੈ ਕਿ ਬਲੋਕੇਜ ਹੈਗੀ ਹੈ ਕਿ ਨਹੀਂ ਹੈਗੀ, ਕਿ ਇਹ ਗੈਸ ਦਾ ਦਰਦ ਤਾਂ ਨਹੀਂ ਸੀ। ਉਸ ਤੋਂ ਬਾਅਦ ਇੱਕ ਹੋਰ ਟੈਸਟ ਹੈ ਜਿਹੜਾ ਕਿ ਟ੍ਰੋਪਾਈ ਕਰਕੇ ਹੁੰਦਾ ਹੈ। ਅਗਰ ਟ੍ਰੋਪਾਈ ਪੋਜ਼ਿਟਿਵ ਆ ਗਿਆ ਇਹਦਾ ਮਤਲਬ ਹਾਰਟ ਅਟੈਕ ਹੈਗਾ। ਉਦੋਂ ਆਪਾਂ ਨੂੰ ਡੈਫੀਨੇਟਲੀ ਐਂਜੀਓਗ੍ਰਾਫੀ ਵੀ ਕਰਾਉਣੀ ਚਾਹੀਦੀ ਹੈ। ਮੈਂ ਤਾਂ ਇਹੀ ਕਹੂੰਗਾ ਆਪਾਂ ਨੂੰ। ਦੇਖੋ ਸੌਰਵ ਜੀ, ਮੈਂ ਪਹਿਲੇ ਵੀਡੀਓ 'ਚ ਵੀ ਦੱਸਿਆ ਸੀ ਆਪਾਂ ਨੂੰ ਇਹ ਕੋਈ ਮਤਲਬ ਨਹੀਂ ਕਿ ਤੁਸੀਂ ਆਯੁਰਵੈਦਿਕ ਇਲਾਜ ਕਰਾਓ ਜਾਂ ਐਲੋਪੈਥਿਕ ਕਰਾਓ, ਆਪਾਂ ਨੂੰ ਬੰਦੇ ਦੀ ਜਾਨ ਦਾ ਖਤਰਾ ਜਿਹੜਾ ਪਹਿਲਾਂ ਉਹ ਠੀਕ ਕਰਨਾ ਜ਼ਰੂਰੀ ਹੈ। ਜਦੋਂ ਡਾਕਟਰ ਤੁਹਾਨੂੰ ਕਹਿੰਦਾ ਕਿ ਤੁਹਾਡੇ ਕੋਲ ਟਾਈਮ ਹੈ ਨਹੀਂ, ਮਗਰ ਉਹਦੇ ਵਿੱਚ ਵੀ ਕੁਝ ਚੀਜ਼ਾਂ ਨੇ, ਪੇਸ਼ੈਂਟ ਨੂੰ ਪੁੱਛੋ ਕਿ ਉਹ ਦਿਲ ਦਾ ਦਰਦ ਜਿਹੜਾ ਸੀਗਾ ਉਹ ਚਲਾ ਗਿਆ ਕਿ ਹੈ। ਜੇ ਉਹ ਚਲਾ ਗਿਆ ਫਿਰ ਤੁਹਾਡੇ ਕੋਲ ਟਾਈਮ ਹੈਗਾ, ਜੇ ਉਹ ਨਹੀਂ ਗਿਆ ਫਿਰ ਤੁਹਾਨੂੰ ਜਿੱਦਾਂ ਡਾਕਟਰ ਤੁਹਾਨੂੰ ਉੱਥੇ ਸਮਝਾ ਰਿਹਾ ਉਦਾਂ ਹੀ ਸਮਝ ਕੇ ਚੱਲਣਾ ਵੀ ਚਾਹੀਦਾ ਹੈ। ਉਦੋਂ ਐਂਜੀਓਗ੍ਰਾਫੀ ਵੀ ਕਰਾਉਣੀ ਚਾਹੀਦੀ ਹੈ, ਕਿਉਂਕਿ ਐਂਜੀਓਗ੍ਰਾਫੀ 'ਚ ਤਾਂ ਪਤਾ ਚੱਲੂਗਾ ਕਿੰਨੀ % ਬਲੋਕੇਜ ਹੈ, ਕੀ ਉਹਦਾ ਆਪਰੇਟ ਹੋਊਗਾ ਨਹੀਂ ਹੋਊਗਾ, ਕੀ ਹਿਸਾਬ ਹੈ। ਕਈ ਵਾਰੀ ਕਈ ਟੈਸਟ ਪੋਜ਼ਿਟਿਵ ਆਉਂਦੇ ਨੇ, ਕਈ ਨੈਗੇਟਿਵ ਆਉਂਦੇ ਨੇ, ਔਰ ਫਿਰ ਵੀ ਐਂਜੀਓਗ੍ਰਾਫੀ ਨੈਗੇਟਿਵ ਆ ਜਾਂਦੀ ਹੈ। ਇੱਕ ਗੱਲ ਮੈਂ ਹੋਰ ਤੁਹਾਨੂੰ ਰੋਕ ਕੇ ਮੈਂ ਕਰਨਾ ਚਾਹੁੰਦਾ, ਐਂਜੀਓਗ੍ਰਾਫੀ ਹੋ ਗਈ, ਉਸ ਦੇ ਵਿੱਚ ਪਤਾ ਚੱਲ ਗਿਆ ਜਿਹੜੀ ਮੇਨ ਨਾੜੀ ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ, ਉਸ ਦੇ ਵਿੱਚ 80% ਜਾਂ 90% ਬਲੋਕੇਜ ਹੈ। ਕੀ ਉਸ ਨੂੰ ਵੀ ਸਟੈਂਟ ਪਵਾਉਣ ਤੋਂ ਰੋਕਿਆ ਜਾ ਸਕਦਾ? ਬਿਲਕੁਲ, ਮੈਂ ਤਾਂ ਅੱਜ ਤੱਕ ਇਹੀ ਕਰਦਾ ਆ ਰਿਹਾ ਕਿ 80 90 ਛੱਡੋ 100। ਸਿਰਫ ਇੱਕ ਗੱਲ ਹੈ ਕਿ ਇੱਥੇ ਛਾਤੀ 'ਚ ਦਰਦ ਨਹੀਂ ਰਹਿਣਾ ਚਾਹੀਦਾ। ਇਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ, ਬਹੁਤ ਵੱਡੀ ਚੀਜ਼ ਹੈ, ਉਹ ਤੁਹਾਨੂੰ ਮੈਂ ਸਮਝਾਉਂਗਾ ਇੱਕ ਸਿੰਪਲ ਜੀ ਪ੍ਰੈਜੈਂਟੇਸ਼ਨ ਰਾਹੀਂ। ਸਮਝ ਲਓ, ਇੱਕ ਆਪਾਂ ਸਮਝੋ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਹਾਂ ਤੇ ਰਸਤਾ ਬਲੌਕ ਪੈ ਗਿਆ, ਜਿੱਦਾਂ ਕਿ ਪਹਿਲਾਂ ਆਪਣੇ ਕਿਸਾਨ ਭਾਈਆਂ ਨੇ ਵੀ ਰੋਕਿਆ ਹੋਇਆ ਸੀ। ਤਾਂ ਕੀ ਹੈ, ਸਿੰਘੂ ਬਾਰਡਰ ਬੰਦ ਸੀਗਾ, ਦਿੱਲੀ ਆਪਾਂ ਜਾ ਨਹੀਂ ਰਹੇ ਸੀ, ਜਾ ਰਹੇ ਸੀ। ਉਹ ਤੋਂ ਆਲਟਰਨੇਟਿਵ ਰੂਟ, ਕੋਈ ਨਾ ਕੋਈ ਆਲਟਰਨੇਟਿਵ ਰੂਟ ਪਿੰਡਾਂ ਚੋਂ ਨਿਕਲ ਕੇ ਆਪਾਂ ਪਹੁੰਚ ਜਾਂਦੇ। ਉੱਦਾਂ ਹੀ ਆਪਣੇ ਹਾਰਟ ਦੇ ਵਿੱਚ ਰੱਬ ਨੇ ਇੱਕ ਸਰਕੂਲੇਸ਼ਨ ਬਣਾਇਆ ਜਿਹਨੂੰ ਕੋਲੈਟਰਲ ਸਰਕੂਲੇਸ਼ਨ ਕਹਿੰਦੇ ਆਪਾਂ। ਕੋਲੈਟਰਲ ਸਰਕੂਲੇਸ਼ਨ ਦਾ ਮਤਲਬ ਕੀ ਹੈ ਕਿ ਉਹੀ ਪਿੰਡਾਂ ਵਾਲੀ ਸੜਕ ਬਣਾਈ ਹੈ ਰੱਬ ਨੇ, ਉਹ ਆਪਣੇ ਆਪ ਖੁੱਲ ਜਾਂਦੀ ਹੈ ਜਦੋਂ ਇੰਨੀ ਬਲੋਕੇਜ ਹੋਵੇ, ਤਾਂ ਹੀ ਆਪਣਾ ਜਿਹੜਾ ਛਾਤੀ ਦਾ ਦਰਦ ਹੈ ਉਹ ਘਟ ਜਾਂਦਾ ਹੈ। ਠੀਕ ਹੈ, ਮਗਰ ਫਿਰ ਉਹ ਜਿਹੜੀ ਚੀਜ਼ ਹੈ ਕਿ ਸਾਹ ਚੜਦਾ ਬੰਦੇ ਨੂੰ, ਹਲਕਾ ਜਿਹਾ ਵੀ ਕੋਈ ਕੰਮ ਕਰੇ, ਹੈਵੀ ਕੰਮ ਕਰੇ, ਥੋੜਾ ਸੈਰ ਕਰੇ ਤਾਂ ਸਾਹ ਚੜਨਾ ਸ਼ੁਰੂ ਹੋਊਗਾ। ਤੇ ਹਾਰਟ ਪ੍ਰੋਬਲਮ ਵਾਲੇ ਬੰਦੇ ਨੂੰ ਸਭ ਤੋਂ ਪਹਿਲੀ ਜਿਹੜੀ ਚੀਜ਼ ਆਉਂਦੀ ਹੈ ਉਹ ਸਾਹ ਚੜਨਾ ਹੈ। ਠੀਕ ਹੈ, ਤੁਸੀਂ ਇਹ ਚੀਜ਼ ਨੂੰ ਇਗਨੋਰ ਨਾ ਕਰੋ ਕਿ ਜਦੋਂ ਸੀੜੀਆਂ ਚੜਦੇ ਹੋ ਸਾਹ ਚੜਨਾ, ਜਦੋਂ ਚੱਲਦੇ ਆ ਉਦੋਂ ਸਾਹ ਚੜਦਾ। ਜਦੋਂ ਸ਼ੁਰੂਆਤੀ ਸਟੇਜ ਦੇ ਵਿੱਚ ਤੁਹਾਨੂੰ ਇਹ 2 ਲੱਛਣ ਮਿਲ ਜਾਣ, ਉਦੋਂ ਹੀ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਡਾਕਟਰ ਕੋਲ ਆਪਣਾ ਟੈਸਟ ਕਰਾਓ, ECG ਇੱਕੋ ਕਰਾਓ ਤੇ ਨਾਲ ਲਿਪਿਡ ਪ੍ਰੋਫਾਈਲ, ਕੋਲੇਸਟ੍ਰੋਲ ਦੀ ਜਾਂਚ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਚੱਲੇ ਤੁਹਾਨੂੰ ਇਹ ਪ੍ਰੋਬਲਮ ਹੈ ਕਿ ਨਹੀਂ ਹੈ। ਜੇ ਹੈਗੀ ਤਾਂ ਕਿੱਥੇ ਤੱਕ ਹੈਗੀ ਹੈ। ਉਸ ਤੋਂ ਬਾਅਦ ਹੋਰ ਵੀ ਕੁਝ ਟੈਸਟ ਹੁੰਦੇ ਨੇ, ਜਿੱਦਾਂ ਕਿ ਹੋਲਟਰ ਕਰਦੇ ਆ, ਬੰਦੇ ਨੂੰ ਨਾ ਭਜਾ ਕੇ ਦੇਖਦੇ ਆ, ਉਹਦੀ ECG ਲੈਂਦੇ ਆ, ਉਹਦੇ ਵਿੱਚ ਪਤਾ ਚੱਲਦਾ ਹੈ ਕਿ ਭੱਜਣ ਦੇ ਨਾਲ ਕਿ ਉਹਨੂੰ ਇਹ ਹਾਰਟ ਦੀ ਤਕਲੀਫ ਹੈਗੀ ਕਿ ਨਹੀਂ ਹੈਗੀ। ਅਗਰ ਉਹ ਪੋਜ਼ਿਟਿਵ ਆਉਂਦਾ ਦੈਨ ਐਂਜੀਓਗ੍ਰਾਫੀ ਦੀ ਵਾਰੀ ਆਉਂਦੀ, ਉਸ ਤੋਂ ਪਹਿਲਾਂ ਵਾਰੀ ਨਹੀਂ ਆਉਂਦੀ। ਤੇ ਆਪਾਂ ਨੂੰ ਇਹ ਜ਼ਰੂਰੀ ਸਮਝਣਾ, ਇਹ ਚੀਜ਼ਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ECG ਕੋ ਕੀ ਕਰਦੀ ਹੈ, ਕਿ ਇਹ ਹੋਲਟਰ ਟੈਸਟ ਇਹ ਕੀ ਕਰਦਾ ਹੈ। ਤਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਆਪਾਂ ਨੂੰ ਪਹਿਲਾਂ ਦੇਖਣਾ ਹੈ ਕਿ ECG ਖਰਾਬ ਆਈ ਕਿ ਨਹੀਂ ਆਈ। ਅਗਰ ECG ਠੀਕ ਆਈ ਤਾਂ ਕੋਈ ਗੱਲ ਨਹੀਂ, ਸਭ ਤੋਂ ਵਧੀਆ। ਔਰ ਉਸ ਤੋਂ ਬਾਅਦ ਇਕੋ ਵੀ ਠੀਕ ਆਣੀ ਚਾਹੀਦੀ ਹੈ, ਪਲੱਸ ਇੱਕ ਟੈਸਟ ਜਿਹੜਾ ਹੈ ਟ੍ਰੋਪਾਈ। ਅਗਰ ਤੁਹਾਡੀ ਚੈਸਟ 'ਚ ਪੇਨ ਹੈ ਤਾਂ ਟ੍ਰੋਪਾਈ ਜ਼ਰੂਰ ਕਰਨਗੇ, ਇਹ ਵੀ ਬੜਾ ਜ਼ਰੂਰੀ ਵਾਲਾ ਟੈਸਟ ਹੈ। ਟ੍ਰੋਪਾਈ ਦੇ ਵਿੱਚ ਸਰ ਕਿਸ ਤਰ੍ਹਾਂ ਪਤਾ ਲੱਗਦਾ? ਉਹ ਪੋਜ਼ਿਟਿਵ ਨੈਗੇਟਿਵ ਹੈਗਾ। ਅਗਰ ਤੁਹਾਨੂੰ ਕਹਿਤਾ ਪੋਜ਼ਿਟਿਵ ਹੈ ਤਾਂ ਤੁਹਾਨੂੰ ਐਂਜੀਓਗ੍ਰਾਫੀ ਕਰਾਉਣੀ ਚਾਹੀਦੀ ਹੈ।
ਤੇ ਕਈ ਲੋਕ ਮਰੀਜ਼ ਮੇਰੇ ਕੋਲ ਸੌਰਵ ਜੀ ਮੈਂ ਦੱਸਣਾ ਚਾਹਾਂਗਾ ਕਿਉਂਕਿ ਹਿੰਦੁਸਤਾਨ ਗਰੀਬ ਦੇਸ਼ ਹੈ, ਗਰੀਬੀ ਦੇ ਮਾਰੇ ਨੇ ਉਹ ਟ੍ਰੌਪ ਆਈ ਵੀ ਟੈਸਟ ਕਰਵਾ ਕੇ ਪੋਜ਼ਿਟਿਵ ਕਰਾ ਕੇ ਵੀ ਐਂਜੀਓਗ੍ਰਾਫੀ ਨਹੀਂ ਕਰਾਉਂਦੇ। ਤਾਂ ਆਪਾਂ ਕੀ ਹੈ ਕਿ ਕੁਝ ਜੜੀ ਬੂਟੀਆਂ ਨਾਲ ਇਲਾਜ ਕਰਦੇ ਆ, ਟ੍ਰੌਪ ਆਈ ਥੋੜੇ ਦਿਨਾਂ 'ਚ ਨੈਗੇਟਿਵ ਹੋ ਜਾਂਦਾ ਹੈ ਤੇ ECG 'ਚ ਵੀ ਚੇਂਜਸ ਆ ਜਾਂਦੇ ਆ। ਮੇਰੇ ਕੋਲ ਬੜੇ ਸਾਰੇ ਕੇਸਿਸ ਆਏ ਜੇ ਆ ਰਹੇ ਅੱਜ ਕੱਲ ਜਿਹੜੇ ਕਿ ਅਕਿਊਟ ਹਾਰਟ ਅਟੈਕ ਦੇ ਆ ਰਹੇ ਕਿ ਅੱਜ ਮਾਤਾ ਨੂੰ ਅਟੈਕ ਹੋਇਆ, ਅੱਜ ਹੀ ਮਾਤਾ ਬੇਹੋਸ਼ ਹੋ ਗਈ, ਹਸਪੀਟਲ ਲੈ ਕੇ ਗਏ, ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਅਟੈਕ ਹੋਇਆ, ਇਹਨਾਂ ਨੂੰ ਤਾਂ ਹੁਣੇ ਐਂਜੀਓਗ੍ਰਾਫੀ ਕਰੋ ਨਹੀਂ ਤਾਂ ਮੁਸ਼ਕਿਲ ਹੋਏਗੀ। ਮਾਤਾ ਨੇ ਮੇਰੀ ਵੀਡੀਓ ਦੇਖ ਲਈ ਮਾਤਾ ਕਹਿੰਦੀ ਮੈਨੂੰ ਤਾਂ ਉੱਥੇ ਲੈ ਕੇ ਚੱਲੋ। ਅਗਲੇ ਦਿਨ ਮਾਤਾ ਮੇਰੇ ਕੋਲ, ਆਪਾਂ ਦਵਾਈ ਦਿੱਤੀ, 2 ਮਹੀਨੇ ਪਾਰ ਹੈ, ECG ਠੀਕ ਹੋ ਗਈ ਹੈ, ਮਾਤਾ ਬੱਲੇ ਬੱਲੇ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਦੱਸੀਆਂ ਸੀ, ਕੋਈ ਅਜਿਹੀ ਜੜੀ ਬੂਟੀ ਨਹੀਂ ਹੈਗੀ ਜਿਹੜੀ ਬਲੋਕੇਜ ਨੂੰ ਵੀ ਖੋਲ ਦੇ, ਖਾਸ ਕਰਕੇ ਜਿਹੜੀ ਬਲੋਕੇਜ ਜਿਵੇਂ ਕੈਸਟਰੋਲ ਵਧਣ ਨਾਲ ਹੁੰਦੀ ਹੈ ਉਸ ਨੂੰ ਵੀ ਕੰਟਰੋਲ ਕਰਦੇ, ਕੋਈ ਅਜਿਹੀ ਜੜੀ ਬੂਟੀ? ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਿਹਾ ਨਾ ਕਿ ਪੇਟ ਦਾ ਡਾਈਜੈਸ਼ਨ ਠੀਕ ਰਵੇ, ਆਮ ਨਾ ਬਣੇ, ਆਮ ਰਸ ਮਤਲਬ ਅਨਡਾਈਜੈਸਟਡ ਫੂਡ ਨਾ ਰਵੇ ਪੇਟ 'ਚ, ਉਹਦੇ ਨਾਲ ਬੜੀ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ। ਸਿਰਫ ਇੱਕ ਛੋਟੀ ਜਿਹੀ ਚੀਜ਼ ਦੱਸਾਂਗਾ, ਲਿਖ ਲਓ ਦੋਸਤੋ, ਚਿਤਰਕ ਆਦਿ ਵਟੀ, ਚਿਤਰਕ ਆਦਿ ਵਟੀ ਤੁਸੀਂ ਲੈਣੀ ਹੈ, 2 ਗੋਲੀਆਂ ਰੋਟੀ ਖਾਣ ਦੇ ਬਾਅਦ ਚੂਸ ਲਓ, ਪਾਣੀ ਨਹੀਂ ਪੀਣਾ। ਆਪਾਂ ਇੱਕ ਗੱਲ ਇਹ ਵੀ ਕਰਦੇ ਹਾਂ, ਹਾਰਟ ਦੇ ਮਰੀਜ਼ ਨਾ ਖਾਣਾ ਖਾਣ ਤੋਂ ਬਾਅਦ ਕਦੀ ਪਾਣੀ ਨਾ ਪੀਣ, ਔਰ ਪੇਟ ਭਰ ਕੇ ਖਾਣਾ ਵੀ ਨਹੀਂ ਖਾਣਾ। ਆਪਾਂ ਅਗਰ ਤੁਸੀਂ 2 ਰੋਟੀਆਂ ਖਾਂਦੇ ਹੋ ਤਾਂ 1.5 ਕਰ ਦਿਓ ਵੀਰੋ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਖਾਣ ਪੀਣ ਦੇ ਨਾਲ ਹੀ ਸਭ ਤੋਂ ਜ਼ਿਆਦਾ ਬਿਮਾਰੀ ਹੁੰਦੀ ਹੈ। ਤੇ ਚਿਤਰਕ ਆਦਿ ਵਟੀ ਅਗਰ ਤੁਸੀਂ ਲਾਓਗੇ ਤਾਂ ਟੌਕਸਿਨਸ ਘੁਲਣੇ ਸ਼ੁਰੂ ਹੋ ਜਾਣਗੇ, ਟੌਕਸਿਨਸ ਖਤਮ ਹੋ ਜਾਣਗੇ, ਦਾ ਰਹਿਣਗੇ ਨਹੀਂ ਤਾਂ ਕਿੱਦਾਂ ਕੰਮ ਚੱਲੂਗਾ, ਹਾਰਟ ਦੀ ਬਲੋਕੇਜ ਵੀ ਖੁੱਲ ਜਾਣਗੀਆਂ। ਆਪਾਂ ਜਿਹੜੀ ਖੂਨ ਪਤਲਾ ਕਰਨ ਦੀ ਗੋਲੀਆਂ ਇਹ ਤਾਂ ਟੌਕਸਿਨ ਵਧਾਉਂਦੀਆਂ। ਇੱਕ ਗੋਲੀ ਦਾ ਨਾਮ ਲੈਣਾ ਹੈ, ਸਾਰੇ ਪੇਸ਼ੈਂਟ ਅੱਜ ਤੱਕ ਲੈ ਰਹੇ ਆ, ਹਾਰਟ ਦੇ ਮਰੀਜ਼ 10-10 ਸਾਲ ਤੋਂ ਲੈ ਰਹੇ ਆ, ਉਹਨਾਂ ਨੂੰ ਪਤਾ ਹੀ ਨਹੀਂ ਇਹਦਾ ਸਾਈਡ ਇਫੈਕਟ ਕੀ ਹੈ। ਇੱਕ ਗੋਲੀ ਦਾ ਨਾਮ ਹੈ ਅਟੋਰਵਾਸਟੈਟਿਨ। ਤੁਸੀਂ ਨਾ ਆਪਣੇ ਹਾਰਟ ਦੀ ਜਿੰਨੀਆਂ ਗੋਲੀਆਂ ਲੈਣੇ ਹੋ ਉਹਦੇ 'ਚ ਇੱਕ ਕਲੋਪੀਵਾਸ ਕਰਕੇ, ਇਕੋਸਪ੍ਰਿਨ AV ਕਰਕੇ ਦਵਾਈ, AV ਦਾ ਮਤਲਬ ਕੀ ਹੈ ਅਟੋਰਵਾਸਟੈਟਿਨ, ਇਹ ਰੋਜ਼ੂਵਾਸਟੈਟਿਨ, ਇਹ ਵੀ ਭੈਣ ਭਰਾ ਹੈ। ਇਹ ਇੱਕ ਸਾਲਟ ਜਿਹੜਾ ਹੈ ਨਾ ਇਹਨੇ ਇੰਨੀਆਂ ਬਿਮਾਰੀਆਂ ਕ੍ਰੀਏਟ ਕੀਤੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਦੋਸਤੋ। ਇਹ ਇੱਕ ਸਾਲਟ ਇੰਨਾ ਕੰਮ ਖਰਾਬ ਕਰਦਾ ਬੋਡੀ ਦਾ। ਮਸਲਸ ਪੇਨ, ਤੁਹਾਡੇ ਮਸਲਸ ਪੇਨ ਕਰਨ ਲੱਗ ਜਾਣਗੇ, ਪਿੱਠ ਦਰਦ ਸ਼ੁਰੂ ਹੋ ਜਾਊਗੀ, ਕਬਜ਼ ਰਹੂਗੀ ਤੁਹਾਨੂੰ। ਉਸ ਤੋਂ ਬਾਅਦ ਨਾਲ ਅਟੋਰਵਾਸਟੈਟਿਨ ਦੇ ਨਾਲ ਤੁਹਾਨੂੰ ਸ਼ੂਗਰ ਹੋਣ ਦਾ ਵੀ ਖਤਰਾ ਹੈ ਦੋਸਤੋ। ਮੈਂ ਹਮੇਸ਼ਾ ਕਹਿੰਦਾ ਤੁਸੀਂ ਡਾਕਟਰ ਕੋ ਕੀ ਕਰਨ ਜਾਂਦੇ ਹੋ? ਬਿਮਾਰੀ ਦਾ ਇਲਾਜ ਕਰਾਉਣ ਜਾਂਦੇ ਹੋ ਕਿ ਬਿਮਾਰੀ ਦਾ ਇਲਾਜ ਹੋ ਰਿਹਾ ਦੋਸਤੋ? ਖੁਦ ਸੋਚੋ, ਤੁਸੀਂ ਇਲਾਜ ਕਰਾਉਣ ਗਏ, ਇੱਕ ਬਿਮਾਰੀ ਨਾਲ ਲੈ ਕੇ ਆਏ, ਉਹਦੇ ਕਿਡਨੀ ਤੇ ਵੀ ਬੈਡ ਇਫੈਕਟ ਹੈਗਾ ਅਟੋਰਵਾਸਟੈਟਿਨ ਦਾ। ਇਸ ਕਰਕੇ ਦਵਾਈਆਂ ਪੁੱਛ ਕੇ ਵਧੀਆ ਤਰੀਕੇ ਨਾਲ ਸਮਝ ਕੇ ਖਾਓ। 3-6 ਮਹੀਨੇ ਖਾਣੀ ਹੁੰਦੀ ਹੈ। ਬਾਹਰ ਇੰਡੀਆ ਦੇ ਵਿੱਚ ਤਾਂ ਲਿਖੀ ਜਾਂਦੇ ਆ, ਬਾਹਰ 3-6 ਮਹੀਨੇ ਤੋਂ ਜ਼ਿਆਦਾ ਨਹੀਂ ਲਿਖਦੇ। ਮੇਨਟੇਨੈਂਸ ਡੋਜ਼ 5 mg ਹੈ ਬਾਹਰ, ਇੰਡੀਆ ਵਿੱਚ 10, 20, 30 ਜਿੱਥੇ ਮਰਜ਼ੀ ਚਲਾਈ ਚੱਲੋ, ਜਿੱਥੇ ਜ਼ੋਰ ਚੱਲਦਾ, ਕਿਉਂਕਿ ਅਨਪੜ੍ਹ ਹੈ ਨਾ ਆਪਾਂ ਨੂੰ ਪਤਾ ਹੀ ਨਹੀਂ। ਮੈਂ ਇੰਨੇ ਪੇਸ਼ੈਂਟ ਦੀ ਅਟੋਰਵਾਸਟੈਟਿਨ ਬੰਦ ਕਰਾਣਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ। ਕੋਲੇਸਟ੍ਰੋਲ ਘੱਟ ਹੋਣ ਤੋਂ ਬਾਅਦ ਵੀ ਚਲਾਈ ਜਾਂਦੇ ਡਾਕਟਰ। ਸਰੀਰ 'ਚ ਕੀ ਹੁੰਦਾ? ਕਮਜ਼ੋਰੀ, ਹੱਡ ਗੋਡੇ ਦੁਖੀ ਜਾਂਦੇ, ਉਹਦੇ ਵਾਸਤੇ ਪੇਨ ਕਿਲਰ ਖਾਣੇ, ਫਿਰ ਕਿਡਨੀਆਂ ਵੀ ਖਰਾਬ। ਫਿਰ ਉਹੀ ਕਹਿ ਰਿਹਾ, ਸਮਝਦਾਰ ਡਾਕਟਰ ਕੋਲ ਜਾਣਾ ਜ਼ਰੂਰੀ ਹੈ, ਜਿਹੜਾ ਤੁਹਾਡੀ ਹਰ ਚੀਜ਼ ਸਮਝੇ। ਇਹੋ ਜਿਹਾ ਡਾਕਟਰ ਆਯੁਰਵੇਦ ਨੂੰ ਵੀ ਸਮਝੇ, ਐਲੋਪੈਥੀ ਨੂੰ ਵੀ ਸਮਝੇ, ਤੁਹਾਡੇ ਨਬਜ਼ ਦੇਖ ਕੇ ਇਲਾਜ ਕਰੇ, ਵਧੀਆ ਤਰੀਕੇ ਨਾਲ ਤੁਹਾਨੂੰ ਠੀਕ ਕਰੇ। ਅਟੋਰਵਾਸਟੈਟਿਨ ਕਿਸ ਵਾਸਤੇ ਹੈ? ਕੋਲੇਸਟ੍ਰੋਲ ਘੱਟ ਕਰਨ ਵਾਸਤੇ। ਮਗਰ ਉਹ ਕੋਲੇਸਟ੍ਰੋਲ ਸਿੰਪਲ ਦਾਲਚੀਨੀ ਵੀ ਘਟਾ ਦੂਗੀ, ਸਿੰਪਲ ਤਮਾਸਾ ਲੈ ਲਓ, ਪੁਸ਼ਕਰ ਮੂੰਹ ਲੈ ਲਓ, ਇਹ 3 ਜੜੀ ਬੂਟੀਆਂ ਤੁਹਾਡਾ ਕੋਲੇਸਟ੍ਰੋਲ ਠੀਕ ਕਰ ਦੋਗੀ ਦੋਸਤੋ, ਜ਼ਿਆਦਾ ਨਹੀਂ, 3 ਚੀਜ਼ਾਂ। ਡਾਕਟਰ ਅਗਰਵਾਲ ਜੀ ਕੋਲ ਅਸੀਂ ਜਦੋਂ ਪਹਿਲੀ ਵਾਰ ਆਏ ਸੀ ਤਾਂ ਇੱਕ ਵੀਡੀਓ ਸ਼ੂਟ ਕੀਤੀ ਸੀ ਜਿਸ ਦੇ ਵਿੱਚ ਬਲੋਕੇਜ ਦੀ ਗੱਲ ਕੀਤੀ ਗਈ ਸੀ, ਕਿਸ ਤਰ੍ਹਾਂ ਦੀ ਬਲੋਕੇਜ ਹੋਵੇ, ਚਾਹੇ ਹਾਰਟ ਦੇ ਨਾਲ ਰਿਲੇਟਡ ਹੋਵੇ, ਚਾਹੇ ਅਧਰੰਗ ਦੇ ਜਿਹੜੇ ਰੋਗੀ ਹੁੰਦੇ ਨੇ ਉਹਨਾਂ ਦੇ ਲਈ ਵੀ ਦੱਸਿਆ ਗਿਆ ਸੀ। ਤਾਂ ਬਹੁਤ ਸਾਰੇ ਪੇਸ਼ੈਂਟ ਵੀ ਠੀਕ ਹੋਏ ਨੇ। ਤਾਂ ਅੱਜ ਇੱਕ ਸਰ ਆਏ ਹੋਏ ਨੇ ਜੋ ਕਾਫੀ ਪਹਿਲਾਂ ਸੁਧਾਰ ਹੋਇਆ ਪਹਿਲਾਂ ਨਾਲੋਂ, ਔਰ ਉਹਨਾਂ ਦੇ ਨਾਲ ਉਹਨਾਂ ਦੀ ਮੈਸੇਜ ਵੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ मैम, कहाँ से मैम आप? यहीं 7 फेज से, मोहाली से। क्या प्रॉब्लम थी आपको पहले? इनको स्ट्रोक आया था 2020 में। अच्छा जी। और इनकी फिर राइट हैंड साइड पैरालाइज हो गई थी और स्पीच भी नहीं है अभी। ओके। हाँ जी। तो अभी इससे पहले आपने कहीं और से भी इलाज करवाया था? हाँ जी, करवाया, बाहर से करवाया था हम, क्योंकि जब इनको हुआ था तब हम बाहर थे अमेरिका में, तो वहाँ थेरेपी से इतना फ़र्क नहीं लगा। तो फिर मैंने डॉक्टर की यहाँ की वीडियो देखी थी फेसबुक पे, तो फिर उनके रेफरेंस से हम यहाँ पे आए हैं। कितने टाइम से यहाँ पे आ रहे हो? ऑलमोस्ट 20 डेज हो गए हैं।
और इन 20 डेज आपको कितना का इम्प्रूवमेंट लग रहा है? इनका चलने में फ़र्क आया है और अपनी आर्म भी उठा लेते हैं काफ़ी हद पहले तक। यानी कि बिल्कुल मूवमेंट नहीं थी इसमें? नहीं, मतलब चलते थे पर थोड़ा स्पीड में फ़र्क आया है। वॉकिंग स्टिक के साथ चलते हैं, जैसे आर्म पहले हाफ उठा पाते थे, अब पूरी ऊपर ले जाते हैं। जैसे आप बोल रहे हो भी आपने पहले अमेरिका में इनका इलाज करवाया था, तो आपको ऐसे नहीं लगता भी एलोपैथिक के बाद आयुर्वेदा में कैसे संभव हो पाएगा? ऐसे आपको नहीं लगा पहले मुझे लगा था, मैंने कभी आयुर्वेदिक मेरी फैमिली में भी किसी ने करवाया नहीं है, तो पहले थोड़ा डाउट हो रहा था। फिर तभी जब फेसबुक में आप वीडियो देखी, वो वीडियो बेसिकली पैरालिसिस पे थी, तो फिर लगा कि अगर हम यहाँ पे खाली इलाज के लिए आए हैं तो यहाँ पे भी आना चाहिए एक बार। ठीक लग रहा है? हाँ जी, थैंक यू। तो ਅੱਜ ਮੈਂ ਹੁਣ ਤੁਹਾਨੂੰ ਇੱਕ ਦੋ ਜੜੀ ਬੂਟੀਆਂ ਬਾਰੇ ਦੱਸਣ ਜਾ ਰਿਹਾ ਜਿਹੜੇ ਕਿ ਹਰ ਇੱਕ ਹਾਰਟ ਪੇਸ਼ੈਂਟ ਨੂੰ ਜਾਂ ਜਿਹਦੇ ਬਲੌਕੇਜ ਹੈ ਸਪੈਸ਼ਲੀ ਉਹਨਾਂ ਨੂੰ ਲੈਣੀਆਂ ਚਾਹੀਦੀਆਂ। ਇਹ ਦੋ ਜੜੀ ਬੂਟੀਆਂ ਕਿਹੜੀਆਂ ਦੋਸਤੋ? ਲਿਖ ਲਓ। ਪਹਿਲੀ ਹੈ ਤਮਾਸਾ। ਤਮਾਸਾ ਜੜੀ ਬੂਟੀ ਹੈ, ਉਸ ਤੋਂ ਬਾਅਦ ਹੈ ਪੁਸ਼ਕਰ ਮੂਲ। ਇਹ ਦੋ ਜੜੀ ਬੂਟੀਆਂ ਅਗਰ ਤੁਸੀਂ ਰੈਗੂਲਰ ਲਓ, ਇਹਨਾਂ ਨੂੰ ਕੁਝ ਨਹੀਂ 100 ਗ੍ਰਾਮ ਲੈ ਕੇ ਰਾਤ ਚੂਰਨ ਕਰ ਲਓ। ਚੂਰਨ ਕਰਕੇ ਅੱਧਾ ਚਮਚ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਢਕਾ ਲਓ। ਔਰ ਇਹ ਜੜੀ ਬੂਟੀਆਂ ਤੁਹਾਡੀਆਂ ਬਲੌਕੇਜਸ ਵੀ ਖੋਲਣਗੀਆਂ, ਹਾਰਟ 'ਚ ਕੋਈ ਦਿੱਕਤ ਵੀ ਨਹੀਂ ਆਉਣ ਦੇਣਗੀਆਂ। ਪਤਾ ਕੀ ਹੈ, ਆਪਾਂ ਨੂੰ ਪਤਾ ਨਹੀਂ ਹੈ, ਇੰਨੀ ਰਿਸਰਚ ਹੋ ਰਹੀ ਆਯੁਰਵੇਦ ਦੇ ਉੱਤੇ। ਤਮਾਸਾ ਜੜੀ ਬੂਟੀ ਤੇ ਇੱਕ ਰਿਸਰਚ ਬਾਰੇ ਤੁਹਾਨੂੰ ਦੱਸਦਾ, ਤੁਸੀਂ ਗੂਗਲ ਕਰਕੇ ਦੇਖੋ ਦੋਸਤੋ, ਕਿਉਂਕਿ ਆਪਾਂ ਨੂੰ ਕੋਈ ਦੱਸਦਾ ਹੀ ਨਹੀਂ ਹੈ। ਇੱਕ ਰਿਸਰਚ ਹੋਈ ਹੈ, ਇੱਕ ਇੰਜੈਕਸ਼ਨ ਲੱਗਦਾ ਸੀ ਸਟ੍ਰੈਪਟੋਕਾਈਨੇਸ ਕਰਕੇ, ਉਹ ਨਾ ਹਸਪੀਟਲ ਜਾਣ ਤੋਂ ਪਹਿਲਾਂ ਨਾਲ ਹੀ ਡਾਕਟਰ ਅਗਰ ਲਾ ਦਿੰਦਾ ਤਾਂ ਬਲੌਕੇਜਸ ਖੁੱਲ ਜਾਂਦੀਆਂ। ਉਹ ਬਹੁਤ ਹੀ ਵਧੀਆ ਇੰਜੈਕਸ਼ਨ ਮੰਨਿਆ ਗਿਆ। ਉਹ ਜਿਹੜਾ ਹੈ ਨਾ 80% ਧਮਾਸਾ ਸਮਝ ਲਓ ਸਟ੍ਰੈਪਟੋਕਾਈਨੇਸ ਦਾ ਕੰਮ ਕਰਦਾ ਹੈ, ਬਲੌਕੇਜਸ ਐ ਖੋਲਦਾ ਹੈ। ਆਪਾਂ ਨੂੰ ਪਤਾ ਹੀ ਨਹੀਂ ਹੈ ਆਯੁਰਵੇਦ ਕਿੰਨਾ ਤਾਕਤਵਰ ਹੈ। ਹਰ ਚੀਜ਼ ਇੰਨੀ ਸਸਤੀ ਔਰ ਇੰਨੀ ਵਧੀਆ ਤਰੀਕੇ ਨਾਲ ਹੈ ਕਿ ਅੰਗਰੇਜ਼ੀ ਦਵਾਈਆਂ ਖਾ ਕੇ ਭੰਬਲ ਪੂਸੇ 'ਚ ਪੈਣ ਨੂੰ ਚੰਗਾ ਆ ਸਿਰਫ ਦੋ ਜੜੀ ਬੂਟੀਆਂ ਤੁਸੀਂ ਲੈ ਕੇ ਦੇਖੋ। ਅਰਜੁਨ ਦੀ ਛਾਲ ਹਰ ਕਿਸੇ ਨੂੰ ਪਤਾ ਹੈ, ਤਮਾਸਾ ਪੁਸ਼ਕਰ ਮੂਲ ਕਿਸੇ ਨੂੰ ਨਹੀਂ ਪਤਾ। ਅਰਜੁਨ ਦੀ ਛਾਲ ਤੁਸੀਂ ਨਾਲ ਲੈ ਸਕਦੇ ਹੋ, ਮੈਂ ਨਹੀਂ ਕਹਿੰਦਾ ਕਿ ਮਾੜੀ ਹੈ, ਮਗਰ ਤਮਾਸਾ ਪੁਸ਼ਕਰ ਮੂਲ ਲਓਗੇ ਤਾਂ ਬਲੌਕੇਜਸ ਪੂਰੀਆਂ ਹੀ ਖੁੱਲ ਜਾਣਗੀਆਂ। ਕਿੰਨੇ % ਤੱਕ ਖੁੱਲੋਗੀ ਆਪਾਂ ਕਹਿ ਸਕਦੇ ਹਾਂ ਵੀ ਇਹਦੇ ਨਾਲ ਖੁੱਲ ਸਕਦੇ ਹਾਂ? ਮੈਂ ਤਾਂ ਕਹਿੰਦਾ 100% ਤੱਕ ਖੁੱਲ ਜਾਂਦੀਆਂ ਜੀ। ਮੈਂ ਤਾਂ ਖੋਲੀਆਂ। ਗੱਲ ਇਹ ਹੈ ਕਿ ਸਮਝਦਾਰ ਇਨਸਾਨ ਨੂੰ ਸਿਰਫ ਇਸ਼ਾਰਾ ਹੀ ਕਾਫੀ ਹੈ। ਸਮਝੋ ਕਿ ਆਪਣੀਆਂ ਬਲੌਕੇਜਸ ਹੋਈਆਂ ਕਾਤੋਂ ਹੈ। ਉਹ ਬਲੌਕ ਅੱਜ ਮੈਂ ਤੁਹਾਨੂੰ ਹਾਰਟ ਦੇ ਬਾਰੇ ਪੂਰੀ ਜਾਣਕਾਰੀ ਦੇਣ ਲੱਗਾ ਦੋਸਤੋ। ਇਹ ਜਾਣਕਾਰੀ ਦੇ ਬਾਅਦ ਤੁਹਾਨੂੰ ਸਮਝ ਆ ਜਾਏਗੀ ਕਿ ਕਿਉਂ ਬਲੌਕੇਜ ਹੁੰਦੀ ਹੈ, ਕੀ ਕਾਰਨ ਹੈ, ਕਿੱਥੋਂ ਕਿਹੜੀ ਸਰਕੂਲੇਸ਼ਨ ਜਾ ਰਹੀ ਹੈ। ਆਪਣਾ ਬੇਸਿਕਲੀ ਹਾਰਟ 4 ਚੈਂਬਰਸ ਦਾ ਬਣਿਆ ਦੋਸਤੋ, ਠੀਕ ਹੈ। ਇਹ 4 ਚੈਂਬਰ ਜਿਹੜੇ ਹੈਗੇ ਆ, 2 ਉੱਪਰ ਹੁੰਦੇ ਆ, 2 ਥੱਲੇ, ਵਿੱਚ ਨਾੜੀਆਂ ਹੁੰਦੀਆਂ ਜਿਹੜੀ ਸਰਕੂਲੇਸ਼ਨ ਕਰਦੀ ਹੈ, ਠੀਕ ਹੈ। ਆ ਉੱਪਰ ਵਾਲਿਆਂ ਨੂੰ ਕਹਿੰਦੇ ਐਟਰੀਅਮ, ਠੀਕ ਹੈ। ਨੀਚੇ ਵਾਲਾ ਜਿਹੜਾ ਮੇਨ ਹੁੰਦਾ ਜਿਹੜਾ ਕਿ ਸਾਰਾ ਪੰਪ ਕਰਦਾ ਆਕਸੀਜਨ ਤੇ ਖੂਨ ਆਪਣੀ ਬੋਡੀ 'ਚ ਪੰਪ ਕਰਦਾ, ਉਹਨੂੰ ਕਹਿੰਦੇ ਲੈਫਟ ਵੈਂਟ੍ਰੀਕਲ। ਇਹੀ ਮੇਨ ਹੈ। ਜਦੋਂ ਹਾਰਟ ਦਾ ਪੰਪਿੰਗ ਰੇਟ ਆਪਾਂ ਕਹਿੰਦੇ ਨਾ ਘਟ ਗਿਆ, ਇਹੀ ਪੰਪ ਘੱਟ ਕਰਦਾ। ਜਾਂ ਫਿਰ ਜਦੋਂ ਕਹਿੰਦੇ ਸੁੱਜ ਗਿਆ, ਇਹੀ ਜ਼ਿਆਦਾ ਸੁੱਜਦਾ ਹੈ, ਠੀਕ ਹੈ ਨਾ। ਜਦੋਂ ਕਹਿੰਦੇ ਹਾਰਟ ਸੁੱਜ ਗਿਆ ਜਾਂ ਵੱਡਾ ਹੋ ਗਿਆ, ਜਾਂ ਛਾਤੀ ਦਾ ਐਕਸਰੇ ਕਰਾ ਕੇ ਦੇਖੇਗਾ ਹਾਰਟ ਇਨਲਾਰਜਮੈਂਟ ਹੈ ਜੀ, ਉਹ ਇਹਦੇ ਕਰਕੇ ਆ। ਉਹ ਕਿਉਂ ਹੁੰਦਾ ਹੈ? ਕਿਉਂਕਿ ਕੋਲੇਸਟ੍ਰੋਲ ਜਦੋਂ ਜੰਮਦਾ ਤੁਹਾਡੀ ਧਮਨੀਆਂ ਦੇ ਵਿੱਚ, ਉਹ ਹਾਰਟ ਨੂੰ ਪੰਪ ਕਰਨ ਵਾਸਤੇ ਜ਼ੋਰ ਜ਼ਿਆਦਾ ਲਗਾਉਣਾ ਪੈਂਦਾ ਹੈ। ਉਹ ਜ਼ੋਰ ਕੀ ਹੈ? ਜਿੱਦਾਂ ਹੁਣ ਸਮਝ ਲਓ ਇੱਕ ਮੋਟਰ ਲੱਗੀ ਹੈ ਦੋਸਤੋ, ਉਹ ਮੋਟਰ ਦੇ ਰਾਹੀਂ ਆਪਾਂ ਪਾਣੀ ਖਿੱਚੀਏ ਤਾਂ ਘੱਟ ਜ਼ੋਰ ਲੱਗੂਗਾ, ਤੇ ਜੇ ਗਾਰਾ ਵਾਲਾ ਪਾਣੀ ਖਿੱਚੀਏ ਜਿਹਦੇ 'ਚ ਜਿੰਦਾ ਸਮਝ ਲਓ ਖੂਨ ਜਿਹੜਾ ਗਾੜਾ ਹੋ ਗਿਆ, ਕੋਲੇਸਟ੍ਰੋਲ ਵਾਲਾ ਹੋ ਗਿਆ, ਉਹ ਖਿੱਚੀਏ ਤਾਂ ਜ਼ੋਰ ਜ਼ਿਆਦਾ ਲੱਗੂਗਾ। ਜਦੋਂ ਜ਼ਿਆਦਾ ਜ਼ੋਰ ਲੱਗੂਗਾ, ਮਸਲ ਨੂੰ ਜ਼ਿਆਦਾ ਕੰਮ ਕਰਨਾ ਪਊਗਾ, ਸੁੱਜ ਜੂਗੀ। ਉਹੀ ਗੱਲ ਹੁੰਦੀ ਤੁਹਾਡੇ ਨਾਲ। ਸਭ ਤੋਂ ਪ੍ਰੀਮਿਟਿਵ ਜਿਹੜਾ ਲੱਛਣ ਹੁੰਦਾ ਹਾਰਟ ਦੀ ਬਿਮਾਰੀ ਦਾ, ਕੋਲੇਸਟ੍ਰੋਲ। ਹਾਈ ਕੋਲੇਸਟ੍ਰੋਲ ਨੂੰ ਆਪਾਂ ਘੱਟ ਰੱਖਾਂਗੇ ਤਾਂ ਬਿਲਕੁਲ ਠੀਕ ਰਹਾਂਗੇ ਦੋਸਤੋ। ਕੋਲੇਸਟ੍ਰੋਲ ਨੂੰ ਵਧਣ ਹੀ ਨਾ ਦਿਓ, ਖਾਣ ਪੀਣ ਠੀਕ ਕਰੋ। ਮੈਂ ਤੁਹਾਨੂੰ ਇਹੀ ਕਹਿ ਰਿਹਾ, ਸਭ ਤੋਂ ਜ਼ਰੂਰੀ ਮੱਖਣ ਤੇ ਮਲਾਈ ਬੰਦ ਕਰੋ। ਉਹ ਆਪਾਂ ਨਹੀਂ ਸੋਚਦੇ, ਆਪਾਂ ਮੱਖਣ ਮਲਾਈ ਦੱਬ ਕੇ ਖਾਂਦੇ, ਖਾਣੇ ਤੋਂ ਬਾਅਦ ਪਾਣੀ ਪੀਂਦੇ। ਇਹ ਜੋ ਚੀਜ਼ਾਂ 3 ਚੀਜ਼ਾਂ ਤੁਸੀਂ ਸੋਚ ਕੇ ਚੱਲੋ ਤੇ ਤੁਹਾਡੀ ਬਲੌਕੇਜ ਹੀ ਘੱਟ ਹੋਣਗੀਆਂ। ਆ ਹੁਣ ਮੈਂ 3 ਨਾੜਾਂ ਬਣਾਈਆਂ। ਇੱਕ ਹੈ ਲੈਡ, ਮੇਨ ਆਰਟਰੀ ਜਿਹੜੀ ਹੁੰਦੀ ਹੈ ਲੈਡ ਹੁੰਦੀ ਹੈ, ਇੱਕ ਹੁੰਦੀ ਹੈ RCX, ਇੱਕ ਹੁੰਦੀ ਹੈ LCX। ਇਹ ਤਿੰਨੋਂ ਆਰਟਰੀਜ਼ ਦੇ ਵਿੱਚ ਜਦੋਂ ਬਲੌਕੇਜ ਹੋਵੇ ਤਾਂ ਦਿੱਕਤ ਸ਼ੁਰੂ ਹੁੰਦੀ ਹੈ, ਸਾਹ ਚੜਨ ਦੀ ਜਾਂ ਦਰਦ ਹੋਣ ਦੀ। ਜਦੋਂ ਅਕਿਊਟ MI ਅਟੈਕ ਹੁੰਦਾ ਇਹਨਾਂ 'ਚ ਹੀ ਬਲੌਕੇਜ ਹੁੰਦੀ ਹੈ। ਜੇ ਦਰਦ ਵੀ ਨਹੀਂ ਹੈ ਤੇ ਡਾਕਟਰ ਨੇ ਕਿਹਾ 100% ਬਲੌਕੇਜ ਹੈ, ਉਹਦੇ ਬਾਰੇ ਵੀ ਦੱਸਣ ਜਾ ਰਿਹਾ। ਇਹਦੇ 'ਚ ਕੀ ਹੈ ਕਿ ਕੋਲੈਟਰਲ ਸਰਕੂਲੇਸ਼ਨ ਛੋਟੀ ਛੋਟੀ ਆਰਟਰੀਜ਼ ਇਦਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ, ਬਣੀਆਂ ਹੁੰਦੀਆਂ, ਖੁੱਲ ਜਾਂਦੀਆਂ ਆਪਣੇ ਆਪ।
ਜਿਹਦੇ ਕਰਕੇ ਪਿੰਡਾਂ ਵਾਲੀ ਸਰਕੂਲੇਸ਼ਨ ਜਿਹੜੀ ਤੁਹਾਨੂੰ ਮੈਂ ਹੁਣੇ ਸਮਝਾਈ ਸੀ ਉਹ ਇਹਦੇ ਕਰਕੇ ਖੁੱਲ ਜਾਂਦੀ ਹੈ, ਜਿਹਦੇ ਕਰਕੇ ਦਰਦ ਆਪਣੇ ਆਪ ਸਬਸਾਈਡ ਹੋ ਜਾਂਦਾ ਦੋਸਤੋ। ਜਿਵੇਂ ਤੁਹਾਡੇ ਕਹਿੰਦਾ ਮਤਲਬ ਜਿਵੇਂ ਇਹ ਮੇਨ ਵਾਲੀ ਜਿਹੜੀ ਹੈਗੀ ਹੈ ਇਹਦੇ ਵਿੱਚ 100% ਬਲੋਕੇਜ ਹੋ ਗਈ ਤਾਂ ਇਹ ਆਪਣੇ ਆਪ ਆਪਣੇ ਆਪ ਹਾਂ ਅਲੱਗ-ਅਲੱਗ ਨਾੜੀਆਂ ਹੋਰ ਖੁੱਲ ਕੇ ਨਾਲ ਦੀ ਨਾਲ ਉੱਤੋਂ ਸਰਕੂਲੇਸ਼ਨ ਚਾਲੂ ਹੋ ਜਾਊਗਾ, ਨਹੀਂ ਤਾਂ ਤੁਸੀਂ ਜਿੰਦਾ ਕਿਵੇਂ ਬੈਠੇ ਹੋ ਫੇਰ। ਇਹ ਵੀ ਤਾਂ ਸੱਚ ਹੈ। ਦੇਖੋ ਡੌਚ ਕਰਨਾ, ਕਿਸੇ ਨੂੰ ਸਮਝਾਣਾ, ਕਿਸੇ ਨੂੰ ਇਹ ਦੇਖਣਾ ਕਿ ਆਪਾਂ ਪੈਸੇ ਬਣਾਣੇ ਆ, ਇਹ ਗੱਲ ਹੋਰ ਆ ਜਾਂਦੀ ਹੈ। ਮਗਰ ਜੇ ਐਂਜੀਓਗ੍ਰਾਫੀ ਕਹੀ ਹੈ ਤੇ ਤੁਹਾਨੂੰ ਸੀਡੀ ਵੀ ਦਿੱਤੀ ਹੈ ਤੇ ਇਹਦਾ ਮਤਲਬ ਉਹਨੇ ਠੀਕ ਸਹੀ ਡਾਇਗਨੋਸ ਕੀਤਾ ਹੋਏਗਾ। ਕਈ ਡਾਕਟਰ ਤਾਂ ਅੱਜ ਕੱਲ ਸੀਡੀਆਂ ਵੀ ਨਹੀਂ ਦਿੰਦੇ, ਉਹ ਤਾਂ ਕਹਿੰਦੇ ਵੀ ਬਲੋਕੇਜ ਹੈ ਜੀ ਜਾਓ, ਫਿਰ ਉਹਨਾਂ ਤੇ ਵਿਸ਼ਵਾਸ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕਿ ਤੁਹਾਨੂੰ ਤਾਂ 1.5 ਲੱਖ ਰੁਪਇਆ 2 ਲੱਖ ਰੁਪਇਆ ਜਮ੍ਹਾਂ ਕਰਾਓ, ਤੁਹਾਡਾ ਤਾਂ ਆਪਰੇਸ਼ਨ ਕਰਨਾ ਪਊ। ਉਹ ਥੋੜਾ ਜਿਹਾ ਮੁਸ਼ਕਿਲ ਕੰਮ ਹੈ ਵਿਸ਼ਵਾਸ ਕਰਨਾ। ਵਿਸ਼ਵਾਸ ਉੱਤੇ ਕਰੋ ਜਿਹੜਾ ਕਿ ਤੁਹਾਨੂੰ ਨਾਲ ਕੁਝ ਦਵੇ ਵੀ। ਤੇ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਇਹ ਚੀਜ਼ਾਂ ਤੁਸੀਂ ਸਮਝ ਲਵੋ। ਸਭ ਤੋਂ ਮੇਨ ਗੱਲ ਸ਼ੁਰੂਆਤੀ ਸਟੇਜ ਤੋਂ ਫੜੋ, ਆਪਣੇ ਆਪ ਲਾਈਫ ਸਟਾਈਲ ਠੀਕ ਕਰੋ। ਜਦੋਂ ਤਿੰਨੋਂ ਬਿਮਾਰੀਆਂ ਤਿੰਨੋਂ ਰੁਗਨ ਹੋ ਗਿਆ ਉਹਨੂੰ ਕਹਿੰਦੇ ਟ੍ਰਿਪਲ ਰੈਸਟ ਡਿਜ਼ੀਜ਼, ਉਦੋਂ ਕਹਿੰਦੇ ਆ ਬਾਈਪਾਸ ਕਰਾਓ, ਕਰਾਣੀ ਪੈਣੀ ਹੈ। ਜੇ ਤੁਸੀਂ ਨਹੀਂ ਸੁਧਰਨਾ ਫਿਰ ਕਰਾ ਲਓ, ਨਹੀਂ ਤਾਂ ਅਦਰਵਾਈਜ਼ ਜੇ ਸੁਧਰਨਾ ਹੈ ਸਾਰਾ ਖਾਣ ਪੀਣ ਆਹਾਰ ਵਿਹਾਰ ਸਭ ਕੁਝ ਠੀਕ ਰੱਖੋਗੇ ਤਾਂ ਇਹ ਵੀ ਖੋਲ ਦੇਵਾਂਗੇ ਦੋਸਤੋ, ਇਹ ਵੀ ਖੁੱਲ ਜਾਣਗੀਆਂ, ਮਗਰ ਗੱਲ ਮੰਨਣੀ ਪਊਗੀ। ਦੋਸਤੋ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣ ਜਾ ਰਿਹਾ। ਅੱਜ ਕੱਲ 65% ਤੋਂ ਜ਼ਿਆਦਾ ਮਰੀਜ਼ ਜਿਹੜੇ ਸ਼ੂਗਰ ਵਾਲੇ ਆ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਹਾਰਟ ਦੀ ਪ੍ਰੋਬਲਮ ਹੀ ਹੋਣੀ ਹੈ। ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਕਰਕੇ ਹੀ ਡੈਥ ਵੀ ਹੋਣੀ ਹੈ। ਵੀ ਤੁਹਾਨੂੰ ਦੱਸਦਾ ਆਪਾਂ ਨੂੰ ਕਿਉਂ ਡਾਇਬੀਟੀਜ਼ ਵਧਾਣੀ ਹੈ, ਸ਼ੂਗਰ ਨੂੰ ਕੰਟਰੋਲ ਰੱਖਣਾ। ਇੱਕ ਇਹੋ ਜਿਹਾ ਅਜਿਹਾ ਟਰਾਇਲ ਹੋਇਆ ਸੀ ਜਿਹਦੇ 'ਚ ਇਹਨਾਂ ਨੇ ਕੀ ਕੀਤਾ, ਅੰਗਰੇਜ਼ੀ ਦਵਾਈ ਵਾਲਿਆਂ ਨੇ ਇੱਕ ਦੇਖਿਆ ਕਿ ਕੀ ਆਪਾਂ ਅੰਗਰੇਜ਼ੀ ਦਵਾਈਆਂ ਨਾਲ ਅਗਰ ਸ਼ੂਗਰ ਨੂੰ ਕੰਟਰੋਲ ਕਰੀਏ ਤਾਂ ਕੀ ਆਪਾਂ ਹਾਰਟ ਦੀ ਤਕਲੀਫ ਨੂੰ ਘਟਾ ਦਾਂਗੇ। ਨਤੀਜਾ ਕੀ ਹੋਇਆ ਦੋਸਤੋ ਇਹ ਵੀ ਸੁਣਿਓ, ਬੜਾ ਇੰਟਰਸਟਿੰਗ ਹੈ। ਇੱਕ ਟਰਾਇਲ ਹੋਇਆ ਅਕॉर्ड ਟਰਾਇਲ, ਤੁਸੀਂ ਗੂਗਲ ਕਰਕੇ ਦੇਖਿਓ, ਮੇਰੀ ਗੱਲ ਨੂੰ ਨਾ ਸੱਚ ਮੰਨਿਓ, ਗੂਗਲ ਕਰਕੇ ਦੇਖਿਓ। ਇਹਦੇ 'ਚ ਇਹਨਾਂ ਨੇ 2 ਗਰੁੱਪਸ ਬਣਾਏ। ਇੱਕ ਗਰੁੱਪ ਦੇ ਵਿੱਚ ਇਹਨਾਂ ਨੇ ਕਿੰਨੇ ਪੇਸ਼ੈਂਟ ਲਿੱਤੇ, ਪੂਰੇ ਟੋਟਲ 10,251 ਪੇਸ਼ੈਂਟ, 10,251 ਪੇਸ਼ੈਂਟ ਨੂੰ ਗਿੰਨੀ ਪਿਗ ਬਣਾਇਆ ਕਿ ਉਹਨਾਂ ਤੇ ਇਲਾਜ ਕਰਕੇ ਦੇਖਦੇ ਆ ਕਿ ਕੌਣ ਮਰਦਾ ਕੌਣ ਜਿੰਦਾ ਰਹਿੰਦਾ। ਇੱਕ ਦੇ ਵਿੱਚ ਇਹਨਾਂ ਨੇ ਤੁੰਨ ਕੇ ਦਵਾਈਆਂ ਦਿੱਤੀਆਂ ਤੇ HbA1c ਜਿਹਨੂੰ ਕਹਿੰਦੇ ਨਾ 3 ਮਹੀਨੇ ਵਾਲੀ ਸ਼ੂਗਰ ਆ ਉਹਨੂੰ 6 ਰੱਖਿਆ। ਤੇ ਦੂਜੇ ਗਰੁੱਪ ਦੇ ਵਿੱਚ 7 ਤੋਂ 7.9 ਤੱਕ ਰੱਖਿਆ। ਕਹਿੰਦੇ ਇਹਦੇ ਵਿੱਚ ਥੋੜੀ ਘੱਟ ਦਵਾਈ ਦੇ ਲਾਂਗੇ ਤੇ ਦੇਖਦੇ ਆ ਕਿ ਮੌਤ ਕਿਹਦੇ ਵਿੱਚ ਜ਼ਿਆਦਾ ਹੁੰਦੀ ਹੈ। ਇਦਾਂ ਦਾ ਕੰਮ ਕੀਤਾ ਇਹਨਾਂ ਨੇ ਤੇ ਇਹ ਟਰਾਇਲ ਚੱਲਣਾ ਸੀ 6 ਸਾਲ। 6 ਸਾਲ ਤੱਕ ਅਬਜ਼ਰਵ ਕਰਨਾ ਸੀ ਕਿਹੜੇ ਗਰੁੱਪ 'ਚ ਕਿਤੇ ਕਿੰਨੇ ਬੰਦੇ ਮਰਦੇ ਆ। ਇੱਕੋ ਸਾਲ ਦੇ ਵਿੱਚ 200 ਤੋਂ ਉੱਪਰ ਮੌਤਾਂ ਇਹਦੇ ਵਿੱਚ ਹੋ ਗਈਆਂ, ਇੱਕੋ ਸਾਲ ਦੇ ਵਿੱਚ। ਔਰ ਟਰਾਇਲ ਦੋਸਤੋ 3.5 ਸਾਲ 'ਚ ਬੰਦ ਕਰਨਾ ਪੈ ਗਿਆ ਇਹਨਾਂ ਨੂੰ। 3.5 ਸਾਲ 'ਚ ਜਿਹੜਾ 6 ਸਾਲ ਚੱਲਣਾ ਸੀ 3.5 ਸਾਲ 'ਚ ਬੰਦ ਕੀਤਾ। ਕਿਉਂ? ਇਸ ਗਰੁੱਪ ਦੇ ਵਿੱਚ ਮੌਤਾਂ ਹੀ ਇੰਨੀਆਂ ਜ਼ਿਆਦਾ ਹੋ ਗਈਆਂ, ਇੰਨੀਆਂ ਮੌਤਾਂ ਹੋਈਆਂ ਕਿ ਟਰਾਇਲ ਬੰਦ ਕਰਤਾ। ਕਹਿੰਦੇ ਜੀ ਆਹੀ ਵਧੀਆ, ਘੱਟ ਦਵਾਈ ਖਾਓ, ਅੰਗਰੇਜ਼ੀ ਘੱਟ। ਗੱਲ ਇਹ ਹੈ, ਇਹ ਕਹਿਣੀ ਚਾਹੁੰਦਾ ਹੈ। ਇੰਨੀ ਸਾਰੀ ਕਹਾਣੀ ਕਿਉਂ ਸੁਣਾਈ ਹੈ ਕਿ ਤੁਸੀਂ ਸ਼ੂਗਰ ਤਾਂ ਆਪਣੀ ਘੱਟ ਕਰ ਲਓਗੇ ਮਗਰ ਹਾਰਟ ਅਟੈਕ ਤੋਂ ਨਹੀਂ ਬਚ ਪਾਓਗੇ। ਉਹਦੇ ਲਈ ਤੁਹਾਨੂੰ ਆਯੁਰਵੇਦ ਦੇ ਵਿੱਚ ਆਣਾ ਹੀ। ਹਾਂ, ਕਈ ਲੋਕੀ ਕਹਿੰਦੇ ਆ ਹੁਣ ਕੀ ਹੋ ਰਿਹਾ ਹੁਣ ਅੱਜ ਕੱਲ ਟੰਗਾਂ ਦੀ ਨਾੜੀਆਂ ਵੀ ਬਲੌਕ ਹੋ ਰਹੀਆਂ ਲੋਕਾਂ ਦੀਆਂ। ਬੜੇ ਕੇਸ ਆ ਰਹੇ ਆ, ਟੰਗਾਂ ਦੀ ਨਾੜੀਆਂ ਬਲੌਕ ਹੋ ਗਈਆਂ, ਡਾਕਟਰ ਨੇ ਕਿਹਾ ਜੀ ਆਪਰੇਸ਼ਨ ਕਰਨਾ ਪਊਗਾ, ਖੋਲ ਦਾਂਗੇ। ਖੋਲ ਕੇ ਫਿਰ ਮਹੀਨੇ ਬਾਅਦ ਫਿਰ ਬਲੌਕ ਹੋ ਜਾਂਦੀ ਹੈ, ਚੱਲਿਆ ਫਿਰਿਆ ਨਹੀਂ ਆਂਦਾ, ਦਰਦ ਰਹਿਣੀ ਸ਼ੁਰੂ ਹੋ ਜਾਂਦੀ ਹੈ। ਉਹ ਕਹਿੰਦੇ ਬੈਸਟ ਮੈਡੀਸਿਨ ਤੇ ਹੋ ਤੁਸੀਂ, ਵਧੀਆ ਮੈਡੀਸਿਨ ਲੈ ਰਹੇ ਹੋ। ਕੀ ਕਰ ਰਹੇ ਹੋ? ਵਧੀਆ ਮੈਡੀਸਿਨ ਦੇ ਕੇ 6 ਤੱਕ ਕਰ ਰਹੇ HbA1c, ਬਲੌਕੇजेस ਨਹੀਂ ਖੋਲ ਪਾ ਰਹੇ। ਉਹ ਦਵਾਈਆਂ ਦੇ ਸਾਈਡ ਇਫੈਕਟ ਕਰਕੇ ਬਲੌਕੇजेस ਖੁੱਲਣੀਆਂ ਹੀ ਨਹੀਂ ਹੈ। ਤੇ ਤੁਹਾਡੀ ਸ਼ੂਗਰ ਵਾਲੇ ਮਰੀਜ਼ਾਂ ਨੂੰ ਮੈਂ ਕਹੂੰਗਾ ਤੁਹਾਨੂੰ ਆਯੁਰਵੈਦਿਕ ਦਵਾਈ ਦੇ ਨਾਲ ਹੀ ਸ਼ੂਗਰ ਵੀ ਕੰਟਰੋਲ ਕਰਨੀ ਹੈ ਦੋਸਤੋ, ਤਾਂ ਹੀ ਤੁਸੀਂ ਪੂਰਨਤਿਆ ਠੀਕ ਹੋ ਜਾਓਗੇ। ਸ਼ੂਗਰ ਇੱਕ ਤੇਜ਼ਾਬ ਵਰਗਾ ਹੈ ਮੇਰੇ ਦੋਸਤੋ, ਜਿੱਥੇ ਜਿੱਥੇ ਪਏਗਾ ਉੱਥੇ ਉੱਥੇ ਉਹ ਆਰਗਨ ਖਰਾਬ ਕਰੇਗਾ। ਜੇ ਹਾਰਟ ਤੇ ਪੈ ਗਿਆ ਹਾਰਟ ਖਰਾਬ ਕਰੂ, ਜੇ ਕਿਡਨੀ ਤੇ ਪੈ ਗਿਆ ਕਿਡਨੀ ਤੇ ਖਰਾਬ ਕਰੂ, ਜੇ ਸਾਡੇ ਸਰੀਰ ਦੇ ਪੈਰ ਦੇ ਵਿੱਚ ਤੁਹਾਨੂੰ ਪਤਾ ਪੈਰ ਵੀ ਕੱਟਣਾ ਪੈ ਜਾਂਦਾ ਹੈ। ਇਹ ਸਾਰੀ ਚੀਜ਼ਾਂ ਅੱਖਾਂ ਤੇ ਪੈ ਗਿਆ ਅੱਖਾਂ ਖਰਾਬ ਕਰੂ। ਇਹ ਸਾਰੀ ਚੀਜ਼ਾਂ ਤੁਸੀਂ ਦੇਖਣੀ ਹੈ। ਜਦ ਤੱਕ ਆਪਾਂ ਰੂਟ ਕਾਜ਼ ਆਫ ਡਿਜ਼ੀਜ਼ ਤੇ ਨਹੀਂ ਪਹੁੰਚਾਂਗੇ ਤਦ ਤੱਕ ਠੀਕ ਨਹੀਂ ਬਣਾ। ਜੜ ਤੇ ਅਸਰ ਕਰਨਾ ਹੈ। ਜਿਹੜੇ ਮਰੀਜ਼ ਮੈਨੂੰ ਆ ਕੇ ਕਹਿੰਦੇ ਸ਼ੂਗਰ ਦੀ ਦਵਾਈ ਨਾ ਦਿਓ ਜੀ, ਹਾਰਟ ਠੀਕ ਕਰੋ, ਬੜਾ ਮੁਸ਼ਕਿਲ ਹੈ। ਜੇ ਤੁਸੀਂ ਸ਼ੂਗਰ ਦੀ ਦਵਾਈ ਖਾਣੀ ਹੈ ਇਸ ਗਰੁੱਪ 'ਚ ਹੀ ਆਣਾ ਹੈ ਔਰ ਉਸ ਤੋਂ ਬਾਅਦ ਫਿਰ ਹਾਰਟ ਵੀ ਠੀਕ ਨਹੀਂ ਹੋਣਾ। ਇਹ ਵੀ ਗੱਲ ਹੈ, ਇਹ ਜਦ ਮੇਜਰ ਗੱਲ ਹੈ।
ਕਿ ਸ਼ੂਗਰ ਵਾਲੇ ਨੂੰ ਆਪਣਾ ਲਾਈਫਸਟਾਈਲ ਵੀ ਠੀਕ ਕਰਨਾ ਪਊਗਾ। ਹੁਣ ਅੱਜ ਕੱਲ ਵਸੰਤ ਰਿਤੂ ਹੈ, ਵਸੰਤ ਰਿਤੂ ਦੇ ਹਿਸਾਬ ਨਾਲ ਚੱਲਣਾ ਪਊਗਾ। गर्मी विच मैं ये कहना है सब तो बड़ी गल कि सर्दियों में सर्दियों की सब्जी, गर्मियों में गर्मियों की सब्जी, ये बहुत बड़ी गल है। अगर आप समझ के फ्रूट्स और आहार अपने ठीक ढंग ना खावांगे, बीमारी तो जी आप खाने ना वो करके ही होंगी है। जे आप ठीक आहार लवांगे तो डेफिनेटली बीमारी नहीं होगी।